साहिब जियो। हम संतन की रेन प्यारे, हम संतन की शरण। संत हमारी ओट सतानी, संत हमारा गहना। हम संतन स्यों बन आई, पूर्व लिखिया पाई। एह मन तेरा पाई, एह मन तेरा पाई। संतन स्यों मेरी लेवा देवी, संतन स्यों ब्योहारा। संतन स्यों हम लाहा खाटिया, हर भगत भरे भंडारा। संतन मोको पूंजी सौंपी, ता उतरिया मन का धोखा। धर्म राय अब कहाँ कराए गो, जो फाट्यो सगलो लेखा। महा आनंद भय सुख पाया, संतन कै प्रसादे। कहो नानक हर स्यों मन मानिया, रंग रते विस्मादे। कहो नानक हर स्यों मन मानिया, रंग रते विस्मादे। परम सत्कारयोग सतगुरु सच्चे पातशाह जी की साजी नवाजी गुरु साध संगत जी, बहुत ही बड़े भागां वाले हैं आपां सारे, जो धन धन साहिब श्री गुरु ग्रंथ साहिब जी महाराज जी के पावन पवित्र चरणों विच गुरु महाराज जी की कृपा सदका जुड़े बैठे हैं जी। अज वो महापुरुष जो संत बाबा तेजा सिंह जी मस्तवाने वाले कहे जाते हैं, ध्यान रखना, जिन्हां दी जीवन की अवस्था तकरीबन संत अतर सिंह जी महाराज जी के चरणों विच अखीर विच जुड़ी रही। आप संसार दे विच 14 मई 1887 दे विच माता सदा कौर जी अते पिता रला सिंह जी जो कि लाहौर के डॉक्टर सन, इन्हां दे सपुत्र सन। ते जीवन दे विच आप जी की स्कूलिंग फाजिलका विखे हुई, अबोहर वाला फाजिलका। फिर आप जी उतों लाहौर आ गए हायर स्टडीज़ वास्ते। इत्थे आके आप जी ने MA ते LLB करनी की पंजाब यूनिवर्सिटी लाहौर तो। इन्हां दी शख्सियत देखियो, गुरसिखां दे नाल कैसे जुड़ी है। पढ़ी लिखी फैमिली है, डॉक्टर फैमिली दे घरों आप जी बच्चे हैं। ते महाराज दी अमृत वेले उठ के रोज़ इन्हां ने बाणी पढ़नी, नितनेम करना। ऐसी अवस्था छोटी जी उम्र तो ही आप जी की बन आई सी। ते आप जी ने लाहौर कॉलेज तो बाद LLB करन तो बाद गुजरांवाले जो अज पाकिस्तान विच है उत्थे प्रैक्टिस करते रहे। ते नाल दी नाल सिविल सर्विसिज ICS ऑफिसर्स दे ग्रेड नूं पास किया। ते नाल दी नाल उत्थे सॉल्ट ऑफिसर दे बतौरे आप जी नूं ड्यूटी मिली। ख्याल करियो, उस वेले जितने अंग्रेज़ां दे पैरोकार हुंदे सन, ये हिंदुस्तान दे जिहड़े भी बगावती हुंदे सन, इन्हां नूं अरेस्ट करदे। ऐसी दशा नूं देखदियां होया आप जी ने ICS की नौकरी छड्ड दित्ती। ध्यान रख। फिर आप जी अमृतसर विखे खालसा कॉलेज के वाइस प्रेजिडेंट होए। ते 28 साल की उम्र दे विच आप जी प्रिंसीपल बने
ਖਾਲਸਾ ਕਾਲਜ ਅੰਮ੍ਰਿਤਸਰ ਵਿਖੇ। ਉਸ ਤੋਂ ਉਪਰੰਤ ਸੰਤ ਅਤਰ ਸਿੰਘ ਜੀ ਮਹਾਰਾਜ ਜਿਸ ਵੇਲੇ ਅੰਮ੍ਰਿਤਸਰ ਆਏ, ਇਹਨਾਂ ਦਾ ਉਹਨਾਂ ਦੇ ਨਾਲ ਮੁਲਾਕਾਤ ਹੋਈ। ਸੰਤ ਅਤਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਬਹੁਤ ਸਾਰੀ ਜੀਵਨ ਦੀ ਅਵਸਥਾ ਪਹਿਲਾਂ ਫੌਜ ਵਿੱਚ ਕੱਟਣ ਤੋਂ ਬਾਅਦ, ਆਪ ਜੀ ਦੇ ਪਿਤਾ ਦਾ ਦੇਹਾਂਤ ਹੋਣ ਤੋਂ ਬਾਅਦ ਆਪ ਜੀ ਘਰੇ ਨਹੀਂ ਗਏ ਚੀਮੇ। ਮਹਾਰਾਜ ਉੱਥੋਂ ਸਿੱਧੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪੈਦਲ ਆਏ, ਤੇ ਉਹਨਾਂ ਦਾ ਆਉਣ ਦਾ ਜਦੋਂ ਤਰੀਕਾ ਲਿਖਦੇ ਹਨ ਸੰਤ ਬਾਬਾ ਤੇਜਾ ਸਿੰਘ ਜੀ ਆਪਣੀ ਪੁਸਤਕ ਵਿੱਚ ਜੀਵਨੀ ਵਿੱਚ, ਕਹਿੰਦੇ ਭਾਈ ਵਾਹਿਗੁਰੂ ਸ਼ਬਦ ਅੱਧਾ ਅੰਦਰ ਬੋਲਣਾ ਤੇ ਅੱਧਾ ਸਵਾਸਾਂ ਦੇ ਰਾਹੀਂ ਬਾਹਰ ਬੋਲਣਾ। ਆਏ ਇੱਕ ਇੱਕ ਕਦਮ ਰੱਖਦੇ ਆਪ ਜੀ ਪਾਕਿਸਤਾਨ ਤੋਂ ਸਿੱਧਾ, ਉਸ ਵੇਲੇ ਪੰਜਾਬ ਸੀ, ਸਿੱਧਾ ਹਜ਼ੂਰ ਸਾਹਿਬ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਆਏ। ਉੱਥੇ ਤਖਤ ਦੇ ਜਥੇਦਾਰ ਭਾਈ ਸਾਹਿਬ ਭਾਈ ਸਿੰਘ ਸਾਹਿਬ ਨਾਨੂ ਜੀ ਸਨ। ਉੱਥੇ ਮਹਾਰਾਜ ਦੇ ਦਰਸ਼ਨ ਕਰਨ ਉਪਰੰਤ ਆਪ ਜੀ ਨੇ 1.5 ਸਾਲ ਉੱਥੇ ਸੇਵਾ ਕਰਦਿਆਂ ਭਜਨ ਕੀਤਾ ਗੋਦਾਵਰੀ ਦੇ ਕੰਢੇ। ਇੱਕ ਦਿਨ ਦਾ ਜ਼ਿਕਰ ਹੈ ਕਿ ਜਿਸ ਸਮੇਂ ਆਪ ਜੀ ਭਜਨ ਕਰ ਰਹੇ ਸਨ ਤੇ 3 ਦਿਨ ਪ੍ਰਸ਼ਾਦਾ ਨਹੀਂ ਛਕਿਆ। ਮਹਾਰਾਜ ਦੇ ਸੁਰਤ ਸ਼ਬਦ ਦੇ ਵਿੱਚ ਨਾਲ ਜੁੜੇ ਰਹੇ। ਤੇ ਉਧਰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਸਿੰਘ ਸਾਹਿਬ ਸਨ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਬਚਲ ਨਗਰ, ਉਹਨਾਂ ਨੂੰ ਹੁਕਮ ਕੀਤਾ ਕਿ ਨਾ ਭਾਈ ਸਾਹਿਬ ਭਾਈ ਨਾਨੂ ਜੀ, ਇੱਕ ਸਾਡਾ ਬਹੁਤ ਪਿਆਰਾ ਗੋਦਾਵਰੀ ਦੇ ਕੰਢੇ ਭਜਨ ਕਰ ਰਿਹਾ, ਤੁਸੀਂ ਜਾ ਕੇ ਪ੍ਰਸ਼ਾਦਾ ਉਹਨਾਂ ਨੂੰ ਛਕਾਓ। ਤੇ ਐਸਾ ਬਚਨ ਸੁਣ ਕੇ ਜਿਸ ਵੇਲੇ ਉਹਨਾਂ ਦੇ ਕੰਨਾਂ ਵਿੱਚ ਆਵਾਜ਼ ਆਈ ਭਾਈ ਨਾਨੂ ਜੀ ਦੇ, ਸਿੰਘ ਸਾਹਿਬ ਜੀ ਦੇ, ਆਪ ਜੀ ਗੋਦਾਵਰੀ ਕੰਢੇ ਵੱਲ ਤੁਰ ਪਏ ਪ੍ਰਸ਼ਾਦਾ ਲੈ ਕੇ। ਉਹਨਾਂ ਨੂੰ ਲੱਭੇ ਨਾ। ਬਹੁਤ ਦੇਖਣ ਤੋਂ ਬਾਅਦ ਜਿਸ ਵੇਲੇ ਵਾਪਸ ਆਏ ਤੇ ਫਿਰ ਮਹਾਰਾਜ ਦੀ ਆਵਾਜ਼ ਆਈ ਕਿ ਭਾਈ ਸਾਹਿਬ ਸਿੰਘ ਸਾਹਿਬ ਜੀ ਉਹ ਗੋਦਾਵਰੀ ਦੇ ਕੰਢੇ ਹੀ ਹਨ, 3 ਦਿਨਾਂ ਦੇ ਭੁੱਖੇ ਹਨ, ਤੁਸੀਂ ਜਾ ਕੇ ਪ੍ਰਸ਼ਾਦਾ ਛਕਾ ਕੇ ਆਓ। ਜਿਸ ਵੇਲੇ ਐਸਾ ਬਚਨ ਕੀਤਾ, ਫਿਰ ਗਏ ਭਾਈ ਸਾਹਿਬ ਭਾਈ ਸਿੰਘ ਸਾਹਿਬ ਨਾਨੂ ਜੀ। ਤੇ ਉੱਥੇ ਜਾ ਕੇ ਜਿਸ ਵੇਲੇ ਉਹਨਾਂ ਨੇ ਦੇਖਿਆ ਕਿ ਉਹ ਗੋਦਾਵਰੀ ਦੇ ਵਿੱਚ ਖੜ ਕੇ ਭਜਨ ਕਰ ਰਹੇ ਨੇ, ਐਸੀ ਅਵਸਥਾ ਦੇਖੀ ਤੇ ਉਹਨਾਂ ਨੇ ਪ੍ਰਸ਼ਾਦਾ ਛਕਾਇਆ ਤੇ ਹੁਕਮ ਕੀਤਾ ਕਿ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ ਕਿ ਤੁਸੀਂ ਪ੍ਰਸ਼ਾਦਾ ਛਕੋ। ਐਸੀ ਭਜਨ ਬੰਦਗੀ ਕਰਨ ਵਾਲੇ ਉੱਥੋਂ ਫਿਰ ਸਿੱਧੇ ਪੰਜਾਬ ਆਏ। ਕਨੋਹਾ ਦੀ ਧਰਤੀ ਤੇ ਉਹਨਾਂ ਨੇ ਕਈ ਦਿਨ ਕਈ ਮਹੀਨੇ ਭਜਨ ਕੀਤਾ। ਭਾਈ ਸਾਹਿਬ ਭਾਈ ਵਰਿਆਮ ਸਿੰਘ ਦੇ ਘਰੇ ਉੱਥੇ ਭਜਨ ਕਰਦਿਆਂ ਕਈ ਮਹਾਰਾਜ ਦੇ ਪਾਠ ਕੀਤੇ ਉਹਨਾਂ ਨੇ। ਧਿਆਨ ਰੱਖਣਾ, ਐਸੀ ਸ਼ਖਸੀਅਤ ਦੇ ਦਰਸ਼ਨਾਂ ਨੂੰ ਅੰਮ੍ਰਿਤਸਰ ਵਿਖੇ ਜਿਸ ਵੇਲੇ ਭਾਈ ਸਾਹਿਬ ਭਾਈ ਤੇਜਾ ਸਿੰਘ ਜੀ ਜਿਨ੍ਹਾਂ ਨੇ ਦਰਸ਼ਨ ਕੀਤੇ ਸਿੰਘ ਮਹਾਰਾਜ ਸੰਤ ਅਤਰ ਸਿੰਘ ਜੀ ਮਹਾਰਾਜ ਦੇ, ਦੇਖ ਕੇ ਉਹ ਰੂਹਾਨੀ ਸ਼ਖਸੀਅਤ ਦੇ ਉਹਨਾਂ ਦੇ ਹੋ ਗਏ। ਐਸਾ ਸ਼ਬਦ ਪੜ੍ਹ ਕੇ ਆਏ कि तन संतन का धन संतन का मन संतन का किया, संत प्रसाद हर नाम ते आया, सर्व कुशल तब थिया। एक गल हमेशा याद रखना जी, दुनिया के उत्ते 2 ही एक ऐसी अवस्थावां हन जिन्होंने महाराज ने बाणी विच रिकगनाइज किया है। एक है गुरमुख, एक है मनमुख। ध्यान रखना, गुरमुख जन कौन हुंदे ने? गुरमुख जन वो हुंदे ने जिहड़े गुरु तो गुर लैंदे ने। ये गल हमेशा याद रखना, जिथे गुर शब्द वरतना, महाराज ने बाणी विच गुर शब्द वरत्या, जिथे गुरु शब्द वरतना उत्थे गुरु वरत्या है। गुर बिन घोर अंधार, गुरु बिन समझ ना आवे। देखो दोनों शब्द ने एक ही पंक्ति विच। गुर बिन सुरत न सिद्ध, गुरु बिन मुक्त ना पावे। गुर की टहल, गुरु की सेवा, दोनों शब्द देखना, गुर ते गुरु। गुरु हमेशा जदों तो सृष्टि बनी है उदों तो
रब दी बाणी है भाई। चहो जुग में अमृत साची बाणी, बाणी वजी चहो जुगी सच्चो सच सुनाए। जदों तो सृष्टि बनी है तो जदों तक सृष्टि रहेगी, सब दे विचों रब बोलते ने, उन्होंने रब दी बाणी कहते ने भाई। महाराज कहते हैं सब है घट राम बोलै, रामा बोलै, राम बिना को बोलै रे। वो जी रब की बाणी है ना जी, मनुखता नूं जीवन विच महाराज ने इसनूं सुनाउण ते सुन के मनण वास्ते ये बाणी भेजी है। आ जिहड़ी बाणी दा प्रकाश आपां कीता है, सिख जगत सारा सृष्टि दे उत्ते मत्था टेकदा है। ये वो बाणी है जिहड़ी बाणी अंदरों रब दी आई है। ध्यान रखना, जिन्ना जिन्ना विचों उस रब दी बाणी दा प्रकाश होया, जिन्ना जिन्ना ने उस बाणी नूं अपने अंदर रिकगनाइज कीता, जिन्ना ने रिकग्निशन दिती अपने अंदर रब दी बाणी नूं, मानता दिती ते अपनी बाणी दे शब्दां नूं घड़िया ते घट बैठे रब नाल बोले। इस गल नूं विचारियो, एका संगत इकत ग्रह बसते मिल बात ना करते भाई। रब अपने अंदर होवे ते आपां रब नाल ना बोलीए। ये बाणी रब नाल बोलण दीयां गल्लां ने। याद रखना, रब नाल गल्लां करन दीयां ये महाराज दी जुगत है। ये अनहद बाणी है। संत अतर सिंह जी महाराज, ध्यान रखियो, जिन्हों ने कई इको ही एक चौंकड़े विच कई बार श्री गुरु ग्रंथ साहिब जी महाराज का पाठ किया। ध्यान रखना, उन्हों का इस क्रिया का एक ख्याल है कि जीवन विच सब तो वड्डी गुरमत यह है कि आत्म की बंदगी करनी। आत्मा अपने अंदर है ते जेड़ा सब दे विच वसदा है आत्म स्वरूप, उन्होंने परमात्मा कहते हैं। ध्यान रखना, ये संत अतर सिंह जी महाराज जी की जीवनी का एक बचन दास थोड़े मूहरे कर रहा है। दास के पिता जी सचखंड श्री हजूर साहब के जथेदार रहे। दास के पिता जी का भी जन्म 1890 का सी ते 1975 विच ओह पूरे होए। संत अतर सिंह जी महाराज जी के चरणों में छोटी जी उम्र विच उन्होंने माता पिता के चढ़ाई करन तो बाद पिंड वालियां ने छड्ड दिता सी ते उन्हां दे कुछ बचन ने जो संत महाराज जी तो उन्होंने सुने ते उन्हां दे वचन दास दे कोल लिखे हुए ने। दास तुहानूं सुणाउंदा है कि जीवन विच आत्म राम ना पूजनी, दूजे क्यों सुख होए। आत्मा जिहड़ी अपने अंदर वसदी है उहदी बंदगी करनी, किसी मूर्ति की बंदगी करनी। ठाकुर गाइए आत्म रंग, सरनी पावन नाम ध्यावन, सहज समावन संग। ऐसी आत्मा दे स्वरूप रब नूं कहंदे सब दे विच देखो। आत्म राम सर्व मैं पेख, पूर्ण पूर रहा प्रभ एक। दास तुहानूं इस छोटा जिहा एक नक्शा दिखा रहा जो दास नूं समझाया सी पिता जी ने कि आ जिहड़ी आत्म स्वरूप की अंदरों आवाज़ आउंदी है ना, जो बोल अंदरों रब बोलते ने ते आपां बोल के की कहने आ, मैं बोलिया जी, है ना। ये फर्क है। जीवन जिन्हें जिन्हें कहा ना मैं ओही रे, मैं ओही रे, महाराज ने उन्होंने बाणी दर्ज नहीं की, नहीं की। जिहड़ी रब की बाणी जिस वेले अंदरों आउंदी होवे ते उस बाणी नूं फिर अंदर बोलना, जिथों वो आ रही है उत्थे बोलना, किसी होर हद ते नहीं बोलना। उन्होंने अनहद शब्द कहते हैं। ध्यान रखना, अनहद बोल जिहड़े रब अपने विचों बोल आउंदे तां आपां तां बोलदे आ ते बोलन लग्गियां आपां ने अपना मन जिहड़ा बोलदा है ते बोलन वाला बुलाउण वाले च समा जाए। कहने वाले तेरे रहे समाए। जिउंदियां जी मुक्त होण दा ये अभ्यास है कि जदों तुसी असी बाणी पढ़ीए, हुण देखो शब्द पढ़ रहे हैं, तू करता सचियार मैंडा साई, पढ़ रहे हैं। किनू तू कह रहे हैं? अपनी मैं दे नाल ओनू तू कहना जिस दे राही आपां मैं बोल रहे हैं, ताकि बोलन वाला बुलाउण वाले च समा जाए। आखो सतनाम। अपने शब्द मर जान, अपने मन नूं घट बैठे रब दा पूरा ज्ञान बाणी राही होवे कि वो अंतरजामी है, ओनू बोलन दी लोड़ नहीं, ओनू समझाउण दी लोड़ नहीं, आपां नूं समझण दी लोड़ है। आपां जीवन विच
ਜਦੋਂ ਇਨਰ ਵੌਇਸ ਬੋਲਦੀ ਹੁੰਦੀ ਹੈ ਤੇ ਮਨ ਸ਼ੋਰ ਮਚਾਉਂਦਾ ਹੈ ਤੇ ਉਸ ਨੂੰ ਸੁਣਦਾ ਨਹੀਂ ਹੈ। ਤੇ ਜਿਹੜਾ ਮਨ ਫਿਰ ਘੱਟ ਬੈਠੇ ਰੱਬ ਦੀ ਬਾਣੀ ਦਾ ਅਭਿਆਸ ਕਰਕੇ ਘੱਟ ਬੈਠੇ ਰੱਬ ਨਾਲ ਜੁੜਦਾ ਹੈ, ਜਿਵੇਂ ਮਹਾਂਪੁਰਸ਼ ਜੁੜਦੇ ਨੇ, ਕਹਿੰਦੇ ਜੀਵਨ ਵਿੱਚ ਫਿਰ ਉਹਨਾਂ ਦਾ ਮਨ ਦਾ ਸ਼ਬਦ ਮਰ ਜਾਂਦਾ ਹੈ। ਆਖੋ ਸਤਨਾਮ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਇਹ ਜਿਹੜੇ ਸਾਰੇ ਬਚਨ ਸਨ ਸੰਤ ਮਹਾਰਾਜ ਜੀ ਤੋਂ ਬਾਬਾ ਤੇਜਾ ਸਿੰਘ ਜੀ ਨੇ ਸਰਵਣ ਕੀਤੇ ਛੋਟੀ ਜਿਹੀ ਅਵਸਥਾ 'ਚ। ਧਿਆਨ ਰੱਖਣਾ, ਜਿਸ ਵੇਲੇ ਉਹ ਪ੍ਰਿੰਸੀਪਲ ਰਹੇ ਤੇ ਉਹ ਸੰਤ ਮਹਾਰਾਜ ਨੂੰ ਜਿਸ ਵੇਲੇ ਉਸ ਜਗ੍ਹਾ 'ਤੇ ਮਿਲੇ ਅੰਮ੍ਰਿਤਸਰ ਸਾਹਿਬ, ਉਸ ਤੋਂ ਬਾਅਦ ਫਿਰ ਸੰਤ ਮਹਾਰਾਜ ਦੇ ਦਰਸ਼ਨ ਕਰਕੇ ਉਹਨਾਂ ਦੇ ਨਾਲ ਰਹਿਣ ਲੱਗ ਪਏ ਸਨ। ਧਿਆਨ ਰੱਖਣਾ। ਸੋ ਖਿਆਲ ਰੱਖਿਓ ਕਿ ਆਪਣੇ ਬੰਦੇ ਨੇ ਹੀ ਆਪਣੇ ਅੰਦਰ ਘੱਟ ਬੈਠੇ ਰੱਬ ਨਾਲ ਜੁੜਨਾ ਹੈ, ਤੇ ਚਾਹੇ ਔਰਤ ਹੈ ਚਾਹੇ ਮਰਦ ਹੈ। ਇਹ ਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ। ਖਿਆਲ ਕਰਿਓ, ਸੰਤ ਮਹਾਰਾਜ ਦਾ ਇਹ ਜ਼ਿਕਰ ਸੀ ਕਿ ਭਾਈ ਹਰੇਕ ਦੇ ਵਿੱਚ ਇਸ ਰੱਬ ਨੂੰ ਦੇਖਣਾ। ਧਿਆਨ ਰੱਖਣਾ, ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੁ ਨਾ ਜਾਈ, ਰਵ ਰਿਹਾ ਸਰਬਤਰ ਮੈਂ ਮਨ ਸਦਾ ਧਿਆਈ। ਧਿਆਨ ਰੱਖਣਾ। ਐਸੇ ਬਚਨ ਸੁਣ ਕੇ ਹੀ ਸੰਤ ਬਾਬਾ ਤੇਜਾ ਸਿੰਘ ਜੀ ਇੱਧਰ ਅਮਰੀਕਾ ਵੱਲ, ਪਹਿਲਾਂ ਇੰਗਲੈਂਡ ਭੇਜਿਆ ਉਹਨਾਂ ਨੂੰ। ਖਿਆਲ ਕਰਿਓ, ਉਸ ਵੇਲੇ ਸੰਤ ਮਹਾਰਾਜ ਜੀ ਨੇ ਥੋੜ੍ਹੀ ਜਿਹੀ ਮਾਇਆ ਆਪਣੇ ਵੱਲੋਂ ਬਾਬਾ ਤੇਜਾ ਸਿੰਘ ਜੀ ਨੂੰ ਦਿੱਤੀ ਸੀ। ਧਿਆਨ ਰੱਖਣਾ, ਤਾਂ ਕਿ ਉਹ ਇੱਥੇ ਆ ਕੇ ਪੜ੍ਹ ਸਕਣ। ਜੇ ਉਹਨਾਂ ਨੂੰ ਹੋਰ ਜ਼ਰੂਰਤ ਹੁੰਦੀ ਤੇ ਰਿਪੂ ਦਮਨ ਸਿੰਘ ਜੋ ਨਾਭੇ ਦੇ ਟਿੱਕਾ ਸੀਗੇ, ਉੱਥੋਂ ਦੇ ਬੱਚੇ ਸਨ ਰਾਜੇ ਦੇ, ਉਹਨਾਂ ਦੇ ਕਹਿਣ 'ਤੇ, ਕਿਉਂਕਿ ਅੰਗਰੇਜ਼ਾਂ ਦੇ ਨਾਲ ਉਹਨਾਂ ਦਾ ਮਿਲਵਰਤਨ ਸੀ, ਉਹਨਾਂ ਦੇ ਕਹਿਣ 'ਤੇ ਉਹਨਾਂ ਨੂੰ ਇੱਥੇ ਭੇਜਿਆ ਲੰਡਨ। ਤੇ ਇੱਥੇ ਆਉਣ ਸਾਰ ਸ਼ੈਪਰਡ ਬੁਸ਼ ਇੱਕ ਗੁਰਦੁਆਰਾ ਉੱਥੇ ਬਣਿਆ, ਜੋ ਕਿ ਸੰਤ ਬਾਬਾ ਤੇਜਾ ਸਿੰਘ ਜੀ ਨੇ ਉੱਥੇ ਆ ਕੇ ਨੀਂਹ ਰੱਖੀ, ਬਣਾਇਆ। ਉੱਥੋਂ ਫਿਰ ਦਾਸ ਤੁਹਾਨੂੰ ਇਸ ਦਾ ਛੋਟਾ ਜਿਹਾ ਜ਼ਿਕਰ ਕਰਕੇ ਸਮਾਪਤ ਕਰਦਾ ਇਸ ਨੂੰ, ਕਿ ਜਦੋਂ ਅੰਦਰੋਂ ਰੱਬ ਬੋਲੇ ਤੇ ਉਹਨੂੰ ਬੋਲਣਾ, ਤੇ ਇਹ ਗਿਆਨ ਦੇ ਰਾਹੀਂ ਬੋਲਣਾ ਕਿ ਰੱਬ ਜੀ ਜਾਣਦੇ ਨੇ, ਬਿਨ ਬੋਲਿਆਂ ਸਭ ਕਿਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਧਿਆਨ ਰੱਖਣਾ, ਕਹਿੰਦੇ ਸਾਡੇ ਮਨ ਦੇ ਵਿੱਚ ਇਤਨੇ ਸ਼ਬਦ ਨੇ, ਰੱਬ ਨੂੰ ਜਦੋਂ ਅਸੀਂ ਬੋਲਦੇ ਹਾਂ ਤੇ ਇਸ ਵਿਸ਼ਵਾਸ ਨਾਲ ਬੋਲਣਾ ਕਿ ਉਹ ਮੇਰੇ ਅੰਤਰ ਦੀ ਜਾਣਦੇ ਨੇ। ਆਖੋ ਸਤਨਾਮ। ਘਟ ਘਟ ਕੇ ਪਟ ਪਟ ਕੀ ਜਾਣੈ। ਜੀਵਨ ਵਿੱਚ ਜਦੋਂ ਆਪਣੇ ਮਨ ਦੇ ਸ਼ਬਦ ਮਰ ਜਾਣ ਤੇ ਫਿਰ ਰੱਬ ਦਾ ਸ਼ਬਦ ਪ੍ਰਕਾਸ਼ ਹੁੰਦਾ ਹੈ। ਭਾਈ ਆਖੋ ਸਤਨਾਮ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਮਹਾਰਾਜ ਕਹਿੰਦੇ ਸ਼ਬਦ ਮਰੇ ਸੋ ਮਰ ਰਹੇ, ਫਿਰ ਮਰੇ ਨਾ ਦੂਜੀ ਵਾਰ। ਸ਼ਬਦੇ ਹੀ ਤੇ ਪਾਈਏ ਹਰ ਨਾਮੈ ਲੱਗੈ ਪਿਆਰ, ਬਿਨ ਸ਼ਬਦੇ ਜਗ ਭੂਲਾ ਫਿਰੇ, ਮਰ ਜਨਮੈ ਵਾਰੋ ਵਾਰ। ਆਪਣੇ ਸ਼ਬਦ ਨੂੰ ਘੜਨਾ ਜੀ। ਹਰੇਕ, ਚਾਹੇ ਔਰਤ ਹੈ ਚਾਹੇ ਮਰਦ ਹੈ, ਚਾਹੇ ਬੱਚਾ ਹੈ ਚਾਹੇ ਬਜ਼ੁਰਗ ਹੈ, ਘੜੀਏ ਸ਼ਬਦ ਸੱਚੀ ਟਕਸਾਲ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਆਪਣੇ ਸ਼ਬਦ ਨੂੰ ਘੜਨ ਵਾਸਤੇ ਅਸੀਂ ਗੁਰਦੁਆਰੇ ਆਉਣੇ ਆ ਜੀ, ਤਾਂ ਕਿ ਸਾਡਾ ਸ਼ਬਦ ਚਿਜ਼ਲ ਹੋਵੇ। ਜਦੋਂ ਅਸੀਂ ਬੋਲੀਏ ਤੇ ਸਾਡਾ ਮਨ ਵਿਸ਼ਵਾਸ ਨਾਲ ਬੋਲੇ ਕਿ ਇਹ ਮੈਂ ਨਹੀਂ ਬੋਲਿਆ, ਮੇਰੇ ਮਾਲਕ ਤੈਂ ਬੁਲਾਇਆ। ਆਖੋ ਸਤਨਾਮ। ਆਪਾਂ ਜਦੋਂ ਕੰਮ ਕਰੀਏ ਫਿਰ ਮਨ ਬੋਲੇ, ਕਹੇ ਮਾਲਕ ਇਹ ਤੈਂ ਕਰਾਇਆ ਤਾਂ ਹੋਇਆ। ਜਦੋਂ ਜੀਵਨ ਕਿੱਥੇ ਕਿੱਥੇ ਵੀ ਆਪਾਂ ਬੋਲਾਂਗੇ ਨਾ ਮੈਂ ਕੀਤਾ, ਉਹ ਕੰਮ ਰੁਕ ਜਾਏਗਾ ਜੀ। ਧਿਆਨ ਰੱਖਣਾ। ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਇਸਕੋ ਸੁਖ ਨਹੀਂ ਕੋਏ। ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋੜ ਮੈਂ ਫਿਰਤਾ। ਉਦੋਂ ਤੱਕ ਆਪਾਂ ਜਨਮ ਦੇ ਮਰਦੇ ਰਹਿਣੇ ਆ। ਮਨਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ। ਸੋ ਜਿਹੜੇ ਮਾਲਕ ਆਪਾਂ ਨੂੰ ਬੁਲਾ ਰਹੇ ਨੇ ਉਹਨੂੰ ਬੋਲਣਾ, ਹੋਰ ਕਿਸੇ ਨੂੰ ਨਹੀਂ ਬੋਲਣਾ। ਜਦੋਂ ਆਪਾਂ ਐਸਾ ਅਭਿਆਸ ਬਾਣੀ ਦਾ, ਕੀਰਤਨ ਦਾ, ਬਾਣੀ ਦਾ ਪੜ੍ਹਦਿਆਂ ਹੋਇਆਂ ਕਰਾਂਗੇ, ਫਿਰ ਆਪਣਾ ਅਨਹਦ ਬੋਲ। ਇੱਧਰ ਦੇਖਿਓ ਨਕਸ਼ੇ ਵੱਲ। ਆਪਣਾ ਅੰਦਰ ਜਦੋਂ ਬੋਲਦੇ ਹੋਵਾਂਗੇ ਤਾਂ ਫਿਰ ਰੱਬ ਅੰਦਰੋਂ ਬੁਲਾਉਂਦਾ ਹੋਏਗਾ। ਆਖੋ ਸਤਨਾਮ। ਉਹਨੂੰ ਅਨਾਹਦ ਕਹਿੰਦੇ ਨੇ, ਕੰਨਾਂ ਲਾ ਕੇ ਬੋਲਦੇ ਨੇ। ਧਿਆਨ ਰੱਖਣਾ।
ਗੁਰਬਾਣੀ ਦੇ ਵਿੱਚ ਜਦੋਂ ਆਪਾਂ ਜਪ ਕਰਦੇ ਆ ਨਾ, ਉਹਨੂੰ ਜਪਦਿਆਂ ਜਿਹੜਾ ਆਪਾਂ ਨੂੰ ਜਪਾਉਂਦਾ ਹੈ, ਤੇ ਉਹ ਜੀਵਨ ਜਪਦਿਆਂ ਮਨ ਫਿਰ ਇੱਕ ਅੰਡਰਸਟੈਂਡਿੰਗ ਵਿੱਚ ਪਹੁੰਚਦਾ ਹੈ, ਸਮਝਦਾ ਹੈ ਕਿ ਮੈਂ ਤਾਂ ਜਪਦਾ ਕਿਉਂਕਿ ਤੂੰ ਜਪਾਉਣਾ ਹੈ। ਉੱਥੇ ਜਪ ਜਾਪ ਬਣ ਜਾਂਦਾ ਹੈ। ਆਖੋ ਸਤਨਾਮ। ਮਹਾਰਾਜ ਕਹਿੰਦੇ ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਇਹ ਅਭਿਆਸ ਕਰਨਾ, ਐਸਾ ਅਭਿਆਸ ਬਾਬਾ ਤੇਜਾ ਸਿੰਘ ਜੀ ਨੇ ਸੰਤ ਮਹਾਰਾਜ ਤੋਂ ਸਿੱਖਿਆ ਸੀ। ਧਿਆਨ ਰੱਖਣਾ। ਉਹਨਾਂ ਦੇ ਹੀ ਸਮਕਾਲੀ ਦਾਸ ਦੇ ਪਿਤਾ ਜੀ ਸਨ ਸੰਤ ਬਹਾਦਰ ਸਿੰਘ। ਉਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਰਹੇ। ਮਸਤੂਆਣੇ ਸਾਹਿਬ ਤੋਂ ਉਹਨਾਂ ਨੂੰ ਉੱਥੇ ਬੁਲਾਇਆ ਗਿਆ। ਦਾਸ ਦਾ ਜਨਮ ਵੀ ਮਸਤੂਆਣੇ ਸਾਹਿਬ ਤੋਂ ਹੀ ਹੈ। ਧਿਆਨ ਰੱਖਣਾ। 1959 ਦਾ ਦਾਸ ਦਾ ਜਨਮ ਹੈ ਰਿਕਾਰਡਸ ਵਿੱਚ, ਤੇ ਦਾਸ ਹੁਣ ਇਸ ਵੇਲੇ 63 64 ਸਾਲ ਦਾ ਹੋ ਗਿਆ। ਸੋ ਖਿਆਲ ਕਰਿਓ, ਆ ਕੁਛ ਬਚਨ ਨੇ ਜਿਨ੍ਹਾਂ ਨੂੰ ਆਪਾਂ ਨੇ ਸਮਝਣਾ ਹੈ। ਸੰਤ ਮਹਾਰਾਜ ਜੀ ਦੇ ਇਹ ਬਚਨ ਸੁਣ ਕੇ ਆਪ ਜੀ ਨੇ ਅੰਮ੍ਰਿਤਪਾਨ ਕੀਤਾ। ਆਪ ਜੀ ਦਾ ਪਹਿਲਾ ਨਾਮ ਨਿਰੰਜਨ ਸਿੰਘ ਸੀ। ਫਿਰ ਜਿਉਂ ਅੰਮ੍ਰਿਤਪਾਨ ਕਰਾਇਆ, ਆਪ ਜੀ ਦਾ ਨਾਮ ਮਹਾਰਾਜ ਤੋਂ ਬਾਣੀ ਤੋਂ ਉਸ ਵੇਲੇ ਟੈਂਕੇ ਨਾਲ ਆਇਆ ਤੇ ਤੇਜਾ ਸਿੰਘ ਰੱਖਿਆ ਗਿਆ। ਧਿਆਨ ਰੱਖਣਾ। ਫਿਰ 1906 ਵਿੱਚ ਧਿਆਨ ਰੱਖਣਾ, ਸੰਤ ਅਤਰ ਸਿੰਘ ਜੀ ਮਹਾਰਾਜ ਨੇ ਆਪ ਜੀ ਨੂੰ ਇੱਕ ਸਪੈਸ਼ਲ ਐਨਵੋਏ ਬਣਾ ਕੇ ਇੰਗਲੈਂਡ ਭੇਜਿਆ ਤੇ ਇੱਥੇ 4 ਬਚਨ ਕੀਤੇ। ਕਹਿੰਦੇ ਤੇਜਾ ਸਿੰਘ ਜੀ, ਆਪ ਜੀ ਸਾਬਤ ਸੂਰਤ ਵਿੱਚ ਰਹਿਣਾ। ਮਹਾਰਾਜ ਕਹਿੰਦੇ ਕਿਸੇ ਨਾਲ ਬਹਿਸ ਨਹੀਂ ਕਰਨੀ, ਜੇ ਕੋਈ ਅੱਗੋਂ ਬੋਲੇ ਤੇ ਹੱਥ ਜੋੜਦੇ ਨੇ। ਇਹ ਬਚਨ ਕਹੇ ਕਿ ਜਿੱਥੇ ਵੀ ਜਾਓ ਉੱਥੇ ਗੁਰਦੁਆਰੇ ਬਣਾਉਣੇ। ਧਿਆਨ ਰੱਖਣਾ। ਆਹ 4 ਬਚਨ ਉਹਨਾਂ ਦੇ ਹਿਰਦੇ 'ਚ ਵਸ ਗਿਆ। ਉਹਨਾਂ ਨੇ ਇੱਥੇ ਆ ਕੇ ਇੰਗਲੈਂਡ ਵੀ, ਅਮਰੀਕਾ ਵਿੱਚ ਵੀ, ਕੈਲੀਫੋਰਨੀਆ, ਇੱਧਰ ਵੈਨਕੂਵਰ ਸਾਈਡ ਵੀ ਇਹਨਾਂ ਨੇ ਇੱਥੇ ਦਰਬਾਰਾਂ ਦੀ ਸੇਵਾਵਾਂ ਕਰਵਾਈਆਂ। ਤੇ ਉਸ ਵੇਲੇ ਬ੍ਰਿਟਿਸ਼ ਰਾਜ ਦੇ ਵਿੱਚ ਇੱਕ ਐਸਾ ਮੁਹਿੰਮ ਸੀ ਕਿ ਹਿੰਦੁਸਤਾਨ ਦਾ ਕੋਈ ਵੀ ਜਿਹੜਾ ਇੱਧਰ ਆਉਂਦਾ ਸੀ ਫੈਮਿਲੀ ਲੈ ਕੇ ਨਹੀਂ ਆ ਸਕਦਾ ਸੀ। ਧਿਆਨ ਰੱਖਣਾ। ਜਦ ਕਿ ਬ੍ਰਿਟਿਸ਼ਰਸ ਇੰਡੀਆ ਜਾਂਦੇ ਉਹ ਵਿਦ ਫੈਮਿਲੀ ਜਾਂਦੇ ਸਨ, ਬੱਚਿਆਂ ਦੇ ਨਾਲ ਜਾਂਦੇ ਸਨ। ਉਹਨਾਂ ਦੇ ਮਨ ਵਿੱਚ ਇਹ ਹੁੰਦਾ ਸੀ ਕਿ ਇੱਥੇ ਆ ਕੇ ਇਹਨਾਂ ਨੇ ਇਸ ਕੈਨੇਡਾ ਨੂੰ ਵਿਗਾੜ ਦੇਣਾ ਹੈ, ਇਸ ਅਵਸਥਾ ਨੂੰ ਵਿਗਾੜ ਦੇਣਾ ਹੈ। ਜਦ ਐਸਾ ਇਹਨਾਂ ਦੇ ਮਨ 'ਚ ਖਿਆਲ ਸੀ ਤੇ ਇੱਥੇ ਇੱਕ ਰੈਵੋਲੂਸ਼ਨ ਆਇਆ। ਇਹਨਾਂ ਨੇ ਇਹ ਖਿਆਲ ਕੀਤਾ ਕਿ ਜਿਤਨੇ ਵੀ ਇੱਥੇ ਆਏ ਹਨ, ਅਸੀਂ ਇਹਨਾਂ ਨੂੰ ਇੱਥੋਂ ਹਟਸਰ ਇੱਕ ਜਗ੍ਹਾ ਹੈ ਸਾਊਥ ਯਾਨੀ ਅਮਰੀਕਾ ਦੇ ਵਿੱਚ, ਸੈਂਟਰਲ ਅਮਰੀਕਾ ਦੇ ਵਿੱਚ, ਉੱਥੇ ਸ਼ਿਫਟ ਕਰਨ ਦਾ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀ। ਉਸ ਵੇਲੇ ਆਪ ਜੀ ਨੇ ਇੱਥੇ ਬਹੁਤ ਵੱਡੀ ਕੰਪਨੀ ਬਣਾਈ। ਕੰਪਨੀ ਦੇ ਫਰਮ ਦੇ ਵਿੱਚ ਇਹਨਾਂ ਨੇ ਸਿੰਘਾਂ ਦੇ ਯਾਨੀ ਪੈਸੇ ਦੇ ਨਾਲ ਬਹੁਤ ਬੜੀ ਜਗ੍ਹਾ ਖਰੀਦੀ। ਇਸ ਜਗ੍ਹਾ ਤੋਂ ਇਹਨਾਂ ਨੇ ਜੀਵਨ ਦੇ ਵਿੱਚ ਐਸਾ ਕੀਤਾ ਕਿ ਇੱਥੇ ਬੜੀ ਲੈਂਡ ਲੈ ਕੇ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਕੈਨੇਡੀਅਨਸ ਨੂੰ ਕਿ ਅਸੀਂ ਕੰਮ ਕਾਰੋਬਾਰ ਕਰਨ ਵਾਲੇ ਹਾਂ। ਤੇ ਉਸ ਪਲੀ ਦੇ ਵਿੱਚ ਇਹ ਸਫਲ ਹੋਏ, ਜਿਹਦੇ ਸਦਕਾ ਇਹਨਾਂ ਦਾ ਮਾਈਗ੍ਰੇਸ਼ਨ ਰੁਕਿਆ, ਸਿੰਘਾਂ ਦਾ ਮਾਈਗ੍ਰੇਸ਼ਨ ਰੁਕਿਆ। ਅੱਜ ਜੇ ਸਿੱਖ ਅੱਜ ਇੱਥੇ ਬੈਠੇ ਨੇ, ਇਹ ਉਹਨਾਂ ਦੀ ਦੇਣ ਹੈ। ਧਿਆਨ ਰੱਖਣਾ। ਉਸ ਵੇਲੇ ਦੀ ਉਹਨਾਂ ਦੀ ਜੀਵਨ ਦੀ ਅਵਸਥਾ ਦੀ ਦੇਣ ਹੈ। ਕਹਿੰਦੇ ਇਹਨਾਂ ਨੂੰ ਜਿਸ ਵੇਲੇ ਡਿਪੋਰਟ ਕਰਨ ਲੱਗੇ ਨਾ ਹੌਂਡੂਰਸ, ਕਹਿੰਦੇ ਉਹ ਜਿਹੜਾ ਸੈਂਟਰਲ ਅਮਰੀਕਾ ਦੇ ਵਿੱਚ ਹੈ, ਕਹਿੰਦੇ ਉਹਨਾਂ ਦਾ ਫਿਰ ਮਾਈਗ੍ਰੇਸ਼ਨ ਇੱਥੋਂ ਦੀ ਗੌਰਮੈਂਟ ਨੇ ਰੋਕਿਆ। ਇਹਦੇ ਐਸਾ ਕਰਨ ਦੇ ਨਾਲ ਇਹਨਾਂ ਨੇ ਫਿਰ ਗੁਰੂ ਨਾਨਕ ਮਾਈਨਿੰਗ ਤੇ ਟਰਸਟ ਕੰਪਨੀ ਬਣਾਈ। ਐਸੇ ਫਿਰ ਪਬਲਿਕ ਲੈਕਚਰਸ ਦਿੰਦੇ ਰਹੇ ਹਫਤੇ ਦੇ 2-2 3-3। ਤੇ ਫਿਰ ਇੱਥੇ ਗੋਲਡ ਮਾਈਨਸ ਹੁੰਦੇ ਸਨ, ਜਿਨ੍ਹਾਂ ਦੇ ਫਿਰ ਸਿੰਘਾਂ ਨੇ ਸ਼ੇਅਰ ਖਰੀਦੇ। ਉਸ ਵੇਲੇ ਦੀ ਕਹਿੰਦੇ ਭਾਈ ਸਿੱਖੀ ਇੱਥੇ ਜੜਾ ਫੜੀ। ਇੱਥੇ ਬ੍ਰਿਟਿਸ਼ ਦੇ ਦਿਲਾਂ ਦੇ ਵਿੱਚ ਉਹਨਾਂ ਦਾ ਜਿਸ ਵੇਲੇ ਪ੍ਰਚਾਰ ਕਰਦੇ ਹੁੰਦੇ ਸੀ ਸਿੱਖੀ ਬਾਰੇ, ਗੁਰੂ ਨਾਨਕ ਸਾਹਿਬ ਜੀ ਦੀ ਬਚਨਾਂ ਬਾਰੇ, ਉਹ ਦੱਸਦੇ ਹੁੰਦੇ ਕਿ ਭਾਈ ਰੱਬ ਸਭ ਦੇ ਵਿੱਚੋਂ ਬੋਲਦਾ ਹੈ ਤੇ ਸਭ ਦੇ ਵਿੱਚ ਵਸਦਾ, ਤੇ ਅਸੀਂ ਰੱਬ ਨੂੰ ਸਭ ਦੇ ਵਿੱਚ ਦੇਖਣ ਦਾ ਪ੍ਰਯਾਸ ਕਰਦੇ ਹਾਂ। ਕਹਿੰਦੇ ਭਾਈ ਜੋ ਦਿਸੈ ਸੋ ਤੇਰਾ ਰੂਪ ਜੋ। ਧਿਆਨ ਰੱਖਣਾ।
श्री गुरु ग्रंथ साहिब जी के इन्हां 36 महापुरुषों का जिक्र किया उन्होंने। कहते भाई चाहे किसी जाति का होवे, कोई भी भाषा बोलता होवे, कहते श्री गुरु ग्रंथ साहिब जी के 17 तो वध भाषावां ने। ध्यान रखियो, स्क्रिप्ट गुरमुखी है। ऐसी लिपि दे विच संत महाराज ने कहते भाई संसार नूं इह उपदेश दिता, सीधी सीधी गल करवाई। इन्हां नूं पढ़े लिखे होण करके इधर भेजिया। इत्थे 1917 तक 16 तक आप जी रहे। फिर इत्थों मस्तुआने चले गए। जिवें मस्तुआने गए उत्थे फिर अकाल कॉलेज का उन्होंने उत्थे प्रेसिडेंट बनाया, प्रिंसीपल बनाया। उस वेले मदन मोहन मालवीया हुंदा सी, जो कि हिंदुआं का एक बहुत बड़ा लीडर सी। उन्हें हिंदू जिहड़ी बनारस हिंदू यूनिवर्सिटी सी उहदे विच संस्कृत दी यानी नींव रखाण दा वास्ते संत अतर सिंह जी महाराज जी नूं इत्थों लैके गया सी। उस वेले फिर ट्रेनिंग प्रोग्राम शुरू किए उत्थे, जिहदे विच संत बाबा तेजा सिंह जी ने 1.5 साल हिंदू बनारस यूनिवर्सिटी दे विच टीचर्स ट्रेनिंग दिंदे रहे, जबकि उन्होंने आप कोर्स किया सी इत्थे USA दे विच हार्वर्ड यूनिवर्सिटी विच। सो इत्थों संत महाराज दे नाल रहने लग गए। संत महाराज फिर 1921 तो लैके 1923 तक, ध्यान रखना, संगरूर वाले मस्तुआने रहे। उथे महाराजा पटियाले ने स्कूल कॉलेज बनवाए। वो अज तक यूनिवर्सिटी नहीं बना सके असीं, ध्यान रखना। अज तक जो मस्तुआने दे विच संगरूर दे विच कॉलेज संत महाराज दे वेले महाराजा भुपिंदर सिंह ते संगत ने उस वेले बनाया सी, अज तक असीं उन्होंने यूनिवर्सिटी नहीं बना सके। सो संत महाराज जी दे कहण ते दास तुहानूं एक जिक्र करदा है कि संत बाबा तेजा सिंह जी बहुत हार्ड वर्कर सन, पर पिंड वालियां ने उन्होंने टिकन नहीं दिता कॉलेज में। संत महाराज फिर मस्तुआने तो दमदमा साहब साबो की तलवंडी, उथे सारे गुरुद्वारियां का एक सरोवर बनाने वास्ते दास के पिता जी ने भी भेजिया। ते इधरों ते महाराज दे होर भी सिंह पहुँचे सन। तो उन्होंने जिस वेले उत्थे सेवा की सरोवर की, तो उत्थे विद्यालय बनाया, एडा वड्डा विद्यालय बनाया संत अतर सिंह जी महाराज जी ने कि भाई बच्चों की इत्थे विद्या अज तो बाद होया करेगी। 1700 बच्चा उत्थे रोज़ पढ़ता हुंदा सी, 1700 बच्चा। अज ऐसा हाल हो गया है उत्थे तकरीबन 100-150 बच्चा रह गया। कारण पिंड वालियां दी नफरत, लोकां दे ऐसे ख्यालों के कारण उस स्कूल नूं हौली हौली इन्हां ने साथ ना दिता। ध्यान रखना, 250 एकड़ जमीन है, जिहदे विचों 40 एकड़ जमीन संत बाबा मिठा सिंह जी ने मस्तुआने वालियां ने बड़ू साह वाले नूं दिती है। ध्यान रखना, उत्थे अज अकाल कॉलेज बनया होया है। ऐसी अवस्था इस घर दे विच बनी आई कि विद्या का प्रसार होवे। हुण 2 रास्ते चल पे उत्थे, एक संगरूर वाला मस्तुआना जिथे कॉलेज बने हुए सन, उन्हां नूं देख के संत अतर सिंह जी महाराज जी ने उत्थे इन्हां दी ड्यूटी लगाती, संत बाबा तेजा सिंह दी। इन्हां नूं पिंड वालियां ने ज़्यादा देर टिकन ना दिता, इन्हां नूं फिर इत्थों कढ़ दिता। इत्थे तक बोलिया पिंड वालियां ने कि इन्हां दा असीं मूँह काला करके कढ़ांगे। ध्यान रखना, यानी इन्ने नीवें पद्धर दे लोकां दी बोली सी, लोकां दी बोली, पढ़े लिखे होने के बावजूद कहते भाई संतां दी लोकां ने कदर ना पछाणी। संत अतर सिंह जी महाराज फिर उतों बालेवाल आ गए, तो बाबा उत्थे बिशन सिंह जी हुंदे सन। उस वेले बाबा बिशन सिंह जी दे कोल रहिंदे रहे, तो संत बाबा जी दे कोल मस्तुआने तो तेजा सिंह जी भी आ गए। तो उस वेले उन्होंने कहा कि महाराज पिंड वालियां ने अपनी कमेटी नूं भंग कर दिता है। संत महाराज ने कहा भाई ऐं करो, उथे अपने गुरमुख प्यारियां नूं होर खड़ा करके, मास्टर तारा सिंह हुंदा सी,
ਉਹਨਾਂ ਨੂੰ ਕਿਹਾ ਤੁਸੀਂ ਜਾ ਕੇ SGPC ਦੇ ਉਹਨਾਂ ਨੂੰ ਡਿਊਟੀ ਲਗਾਓ ਕਿ ਉਹ ਟੇਕ ਓਵਰ ਕਰਨ। ਉਹ ਜਦੋਂ ਤੱਕ ਸੰਤ ਮਹਾਰਾਜ 1927 ਤੱਕ ਸਵਾਸ ਇਸ ਧਰਤੀ ਤੇ ਲੈਂਦੇ ਸੀ ਤੇ ਉਹਨਾਂ ਨੇ ਕਦਮ ਨਹੀਂ ਰੱਖਿਆ, ਮਸਤੂਆਂ ਨੇ ਨਹੀਂ ਰੱਖਿਆ। ਉਦੋਂ ਬਾਅਦ ਜਿਸ ਵੇਲੇ ਸੰਤ ਮਹਾਰਾਜ ਚੜ੍ਹਾਈ ਕਰ ਗਏ, ਮਾਸਟਰ ਤਾਰਾ ਸਿਉ ਨੇ ਕਿਹਾ ਇਹ ਮੇਥੋਂ ਬਹੁਤ ਵੱਡੀ ਗਲਤੀ ਹੋਈ, ਮੈਂ ਇਸ ਮਸਤੂਆਨੇ ਦੇ ਕਾਲਜ ਨੂੰ ਸੰਭਾਲ ਨਹੀਂ ਸਕਿਆ। ਧਿਆਨ ਰੱਖ। ਫਿਰ ਸੰਤ ਮਹਾਰਾਜ ਜੀ ਦੇ ਕੋਲ ਰਹਿੰਦਿਆਂ ਹੋਇਆਂ ਸੰਤ ਮਹਾਰਾਜ ਜੀ ਤੋਂ ਬਾਅਦ ਆਪ ਜੀ ਫਿਰ ਗੁਜਰਾਂਵਾਲੇ ਗਏ, ਉੱਥੇ ਆਪਣਾ ਘਰ ਵੇਚਿਆ। 10,000 ਦਾ ਕਰਜ਼ਾ ਸੀ ਇਹਨਾਂ ਦੇ ਉੱਤੇ, ਇਹਨਾਂ ਨੇ ਆਪਣਾ ਕਰਜ਼ਾ ਲਾਹਿਆ। ਫਿਰ ਆ ਕੇ ਸਿੱਖ ਸੰਗਤ ਦੀ ਸੇਵਾ ਵਿੱਚ ਜੁਟੇ। ਇਹਨਾਂ ਨੇ ਜਿਤਨੀ ਫਿਰ ਦੇਰ ਆਪਣੀ ਜੀਵਨ ਦੀ ਅਵਸਥਾ ਕੱਢੀ, ਧਿਆਨ ਰੱਖਿਓ 1965 ਤੱਕ ਇਹ ਸਿੰਗਾਪੁਰ, ਮਲੇਸ਼ੀਆ, ਇੱਧਰ ਚਾਈਨਾ ਤੱਕ, ਜਾਪਾਨ ਤੱਕ, ਫਿਰ ਆਪ ਜੀ ਇੱਧਰ ਅਮਰੀਕਾ ਤੇ ਕੈਨੇਡਾ ਆਏ ਤੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਹੁੰਦੇ ਸਨ। ਬਹੁਤ ਸਧਾਰਨ ਵਸਤਰਾਂ ਵਿੱਚ ਰਹਿੰਦੇ। ਐਸੀ ਉੱਚੀ ਬਿਰਤੀ ਸੀ ਇਹਨਾਂ ਦੀ ਕਿ ਭਾਈ ਉਹ ਚਾਹੁੰਦੇ ਸਨ ਕਿ ਹਰ ਬੱਚਾ ਸਾਡਾ ਗੁਰਸਿੱਖੀ ਦਾ ਅਫਸਰ ਦੇ ਪੱਧਰ ਤੇ ਆਵੇ ਪਰ ਸਿੱਖੀ ਨਾ ਛੱਡੇ। ਧਿਆਨ ਰੱਖ। ਆ ਜਿਹੜੀ ਅਵਸਥਾ 2 ਵਿਦਿਆਲੇ ਬਣਾਏ, ਇੱਕ ਦਮਦਮਾ ਸਾਹਿਬ ਤਲਵੰਡੀ ਸਾਬੋਂ, ਇੱਕ ਸੰਗਰੂਰ ਮਸਤੂਆਣਾ ਵਿੱਚ। ਦਾਸ ਦੋਹਾਂ ਜਗ੍ਹਾ ਦੇ ਉੱਤੇ ਰਹਿੰਦਾ ਹੈ, ਪਰ ਅਸੀਂ ਮਸਤੂਆਣਾ ਦਮਦਮਾ ਸਾਹਿਬ ਦੇ ਪ੍ਰਬੰਧਕ ਦੇ ਵਿੱਚ ਅਸੀਂ ਦਾਸ ਨੂੰ ਸ਼ਾਮਲ ਕੀਤਾ ਹੋਇਆ। ਉਹਨਾਂ ਨੇ ਐਜ਼ ਏ ਜੁਆਇੰਟ ਸੈਕਟਰੀ। ਅਸੀਂ ਇਹ ਦੇਖਿਆ ਹੈ ਕਿ ਅੱਜ ਵੀ ਸਾਡੇ ਲੋਕਾਂ ਦੇ ਵਿੱਚ ਉਤਸ਼ਾਹ ਨਹੀਂ ਹੈ ਕਿ ਅਸੀਂ ਜਾਂ ਤਾਂ ਬੱਚਿਆਂ ਨੂੰ ਬੜੂ ਸਾਹਿਬ ਉੱਥੇ ਜਿਹੜੇ ਕਾਲਜ ਬਣਾਏ ਹੋਏ ਨੇ, ਜਾਂ ਫਿਰ ਅਸੀਂ ਜਿਹੜੇ ਉੱਥੇ ਯੂਨੀਵਰਸਿਟੀ ਬਣੀ ਹੋਈ ਹੈ ਉੱਥੇ ਬੱਚਿਆਂ ਨੂੰ ਨਹੀਂ ਪੜ੍ਹਾ ਰਹੇ। ਇੱਥੇ ਤੱਕ ਅਸੀਂ ਦੇਖਿਆ ਕਿ ਸਰਕਾਰ ਨੇ ਇੱਕ ਬਾਲਾਜੀ ਕਾਲਜ ਸੀ, ਉਹ ਰੇਸ ਕੀਤਾ, ਜੋ ਤਿਰੂਪਤੀ ਬਾਲਾਜੀ ਹੈ ਨਾ ਜੀ ਸਾਊਥ ਵਿੱਚ, ਉਹਦੇ ਨਾਮ ਤੇ ਟਾਟਾ ਬਿਰਲਾ ਇਹਨਾਂ ਤੋਂ ਪੈਸੇ ਲੈ ਕੇ ਇਹਨਾਂ ਨੇ, ਸਰਕਾਰ ਨੇ ਦਮਦਮਾ ਸਾਹਿਬ ਵਿੱਚ ਕਾਲਜ ਰੱਖਿਆ ਸੀ, ਕਾਲਜ ਬਣਾਇਆ ਸੀ। ਉਹਦਾ ਨਾਮ ਦਸ਼ਮੇਸ਼ ਕਾਲਜ ਦਾ ਨਾਮ ਇਹਨਾਂ ਨੇ ਬਦਲ ਕੇ ਦਮਦਮਾ ਦਾ ਯਾਨੀ ਸਾਬੋ ਕੀ ਤਲਵੰਡੀ ਦਾ ਇਹਨਾਂ ਨੇ ਕਾਲਜ ਬਣਾਤਾ। ਪਰ ਜਿਸ ਵੇਲੇ ਬੜੂ ਸਾਹਿਬ ਵਾਲਿਆਂ ਨੇ ਸਕੂਲ ਕਾਲਜ ਬਣਾਇਆ ਉੱਥੇ, ਤੇ ਉਹ ਇੰਟੀਰੀਅਰ ਵਿੱਚ ਉਹਨਾਂ ਨੂੰ ਲੰਘਾ ਵੀ ਨਹੀਂ ਦਿੱਤਾ। ਧਿਆਨ ਰੱਖਣਾ। ਅੱਜ ਐਸੀ ਅਵਸਥਾ ਹੋਈ ਹੈ ਕਿ ਗੁਰਸਿੱਖੋ ਸਾਨੂੰ ਫੋਕਸ ਕਰਨ ਦੀ ਲੋੜ ਹੈ। ਪਹਿਲਾਂ ਲੋਕਾਂ ਨੂੰ ਅਸੀਂ ਦੇਖਦੇ ਹੁੰਦੇ ਸੀ ਕਿ ਬੜੇ ਪੰਜਾਬ ਤੋਂ ਆਉਣਾ ਤੇ ਇੱਥੇ ਸਿੱਖੀ ਦੇ ਵਿੱਚ ਰਹਿਣਾ। ਅੱਜ ਬੱਚੇ ਜਿੰਨੇ ਵੀ ਸਾਡੇ ਪੰਜਾਬ ਤੋਂ ਇੱਥੇ ਆ ਰਹੇ ਨੇ, ਏਅਰਪੋਰਟ ਤੇ ਚੜ੍ਹਨ ਤੋਂ ਪਹਿਲਾਂ ਹੀ ਮੋਨੇ ਹੋ ਕੇ ਆ ਰਹੇ ਨੇ। ਧਿਆਨ ਰੱਖਣਾ। ਪਹਿਲਾਂ ਹੀ ਆਪਣਾ ਕੇਸ ਕਤਲ ਕਰਕੇ ਆ ਰਹੇ। ਐ ਗੁਰਸਿੱਖੋ, ਸਾਬਤ ਸੂਰਤ ਦਸਤਾਰ ਸਿਰਾ, ਉਹ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਸਿੱਖੀ, ਆਪਣੇ ਇਮੇਜ ਨੂੰ ਲੋਕਾਂ ਤੱਕ ਪ੍ਰੋਜੈਕਟ ਕਰਨ ਦੀ ਜਿਹੜੀ ਸਿੱਖੀ ਸੀ, ਅਸੀਂ ਉਹ ਤੋਂ ਵੰਚਿਤ ਹੁੰਦੇ ਜਾ ਰਹੇ। ਸੋ ਗੁਰੂ ਮਹਾਰਾਜ ਜੀ ਦੀ ਬਾਣੀ ਤੇ ਬਾਣੀ ਨੂੰ ਪਛਾਣਨਾ, ਪੜ੍ਹੇ ਲਿਖੇ ਰਹਿਣਾ ਜ਼ਰੂਰੀ ਹੈ, ਪਰ ਰੱਬ ਵਰਗੇ ਹੋਣਾ ਉਦੋਂ ਜ਼ਰੂਰੀ ਹੈ। ਹਰੇਕ ਬੰਦੇ ਨੇ ਰੱਬ ਵਰਗਾ ਹੋਣਾ ਹੈ ਜੀ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸਿੱਖੀ ਦਾ ਮਤਲਬ ਹੀ ਇਤਨਾ ਹੈ ਕਿ ਆਪਾਂ ਨੇ ਸਭ ਨਾਲ ਪਿਆਰ ਕਰਨਾ, ਚਾਹੇ ਕਿਸੇ ਜਾਤੀ ਦਾ ਬੰਦਾ ਕਿਉਂ ਨਾ ਹੋਵੇ। ਧਿਆਨ ਰੱਖਣਾ। ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ ਇਸ ਵਾਸਤੇ ਹੈ ਕਿ ਸਿੱਖ ਬੋਲਡ ਰਹੇ। ਸਿੱਖ ਜਦੋਂ ਐਸੇ ਰਾਸਤੇ ਤੇ ਚੱਲੇਗਾ ਤੇ ਦੂਸਰੀ ਜਮਾਤਾਂ ਨੂੰ ਤਕਲੀਫ ਹੋਏਗੀ। ਉਹ ਆਪਣੇ ਕਲਟ ਨੂੰ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਨੇ। ਮਹਾਰਾਜ ਜਾਤ ਪਾਤ ਕਾਸਟ ਸਿਸਟਮ ਨੂੰ ਖਤਮ ਕਰਦੇ ਨੇ। ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ। ਨਾਮ ਬਿਨਾ ਸਭ ਨੀਚ ਜਾਤ ਹੈ, ਵਿਸ਼ਟਾ ਕਾ ਕੀੜਾ ਹੋਏ। ਖਿਆਲ ਕਰਨਾ ਜੀ, ਇਹ ਅੰਗਰੇਜ਼ਾਂ ਦੀ ਵਿਉਂਤ ਸੀ ਕਿ ਰਾਮਗੜੀਆ ਜੱਟ ਇਹ ਖੜੇ ਕਰਨਾ ਪਿੰਡਾਂ ਦੇ ਵਿੱਚ, ਤਾਂ ਕਿ ਇਹ ਬਟੇ ਰਹਿਣ, ਇਹ ਡਿਵਾਈਡਡ ਰਹਿਣ। ਤੁਸੀਂ ਉਹ ਖਿਆਲ ਕਰੋ ਜਿੱਥੇ ਮਹਾਰਾਜ ਨੇ ਅੰਮ੍ਰਿਤ ਛਕਾਉਣ ਲੱਗਿਆਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਵੱਖਰੇ ਵੱਖਰੇ ਜਾਤੀਆਂ ਦੇ ਨੇ, ਸਭ ਨੂੰ ਇੱਕ ਬਾਟੇ ਨਾਲ ਮੂੰਹ ਲਗਾਇਆ ਸੀ। ਭਾਈ ਆਖੋ ਸਤਨਾਮ, ਤਾਂ ਕਿ ਲੋਕ
ऊच नीच छड़ के एक पिता एक कस के हम बारक, उस अंडरस्टैंडिंग नूं असीं लैके तुरीए। दास तुहाडे चरनां 'च बेनती करदा है कि जीवन दे विच समय हो गया जी, मेरे 5 मिनट रहिंदे सी यार, कोई गल। सो ख्याल करियो कि जीवन दे विच सानू डिवाइड किया जा रहा है। श्री गुरु ग्रंथ साहिब जी के कई स्वरूप बना दिते गए। ध्यान रखना, दास तुहानूं फिर एक बेनती करता है कि जिस श्री गुरु ग्रंथ साहिब जी नूं गुरता गद्दी भाई मनी सिंह जी वाली बीड़ सी ना जी, वो बीड़ अज सचखंड श्री हजूर साहब नहीं है, ध्यान नहीं है। भाई साहब कान सिंह जी लिखते हैं कि बड़ा घोलूकारा जिस वेले 1762 का होया कुपरहीड़े वाला, ਉਹਦੇ ਵਿੱਚ ਉਹ ਬੀੜ ਉੱਥੋਂ ਆਈ ਤੇ ਫਿਰ ਅਬਦਾਲੀ ਦੇ ਟਾਈਮ ਤੇ ਇੱਥੋਂ ਚਲੀ ਗਈ। ਅੱਜ ਐਸੀਆਂ ਕਈ ਬੀੜਾਂ ਕਰਾਊਨ ਲਾਇਬ੍ਰੇਰੀ ਦੇ ਵਿੱਚ ਲੰਡਨ ਪਈਆਂ ਨੇ, ਜਿਨ੍ਹਾਂ ਦੇ 3000 ਤੋਂ ਵੱਧ ਸਰੂਪ ਦੱਸੇ ਜਾਂਦੇ ਨੇ, ਤੇ ਜਿੰਨੇ ਰਿਲਿਕਸ ਸੀਗੇ ਮਹਾਰਾਜ ਦੇ ਉਹ ਸਾਰੇ ਤਕਰੀਬਨ ਉੱਥੇ ICS ਅਫਸਰਸ ਹੁੰਦੇ ਸੀਗੇ, ਇਹਨਾਂ ਨੇ ਚੱਕ ਕੇ ਇੰਗਲੈਂਡ ਲਿਆਂਦੇ ਹੋਏ ਨੇ। ਧਿਆਨ ਰੱਖਣਾ। सो दास बेनती करता है कि सानू श्री गुरु ग्रंथ साहिब जी महाराज जी के उत्ते सारे ਸਿੰਘਾਂ ਨੂੰ केंद्रित होना चाहिए, तो वो स्वरूप ਜਿਹੜੇ इंग्लैंड पे ने उन्हों का साढ़े इत्थों ऐसी टीम्स बनन ਜਿਹੜੇ ਉਹਨਾਂ ਦੇ जाके दर्शन करन, ताकि उन्हों की रिक्वेस्ट लैके चाहे तुसी किते भी रख सको, तो तुहानू कोलैबोरेट होके इकट्ठे होके ये मुहिम चलानी चाहिए है। इन्हां दा मकसद ये सी उस वेले ब्रिटिश का कि असी उत्थे चर्च बना दईए। दरबार साहब भी बेचण नूं फिरदे सीगे, ख्याल रखना। तो उत्थे जाके इन्हां दे जीवन विच ये मन सी कि असी पंजाब नूं कन्वर्ट कर देना क्रिश्चियनिटी दे विच। इन्हां दा पूरा मकसद सी। इस मकसद नाल ये महाराज दे स्वरूप उत्थों चक के लैके आए। फिर महाराजा रणजीत सिंह के टाइम के उत्ते डोगरे फैमिली ने कई स्वरूपों के मिलन गोबे कीते। ध्यान रखना, कई स्वरूप हथ लिखत लिखाए गए। सो दास बेनती करता है कि आपां नूं बहुत ध्यान दे नाल गुरसिੱਖੀ नूं जिहड़े बच्चे साडे वध रहे ने आ रहे ने, ये गुरसिੱਖੀ दे विच रह सकन, इन्हां नूं सही तरीके नाल बाणी दी अंडरस्टैंडिंग समझाई जाए, ये प्यार कर सकन ते सब दे नाल मिल के चलन। ना सबको मीत हम आपन कीना, हम सबना के साजन। ऐसी अवस्था गुरसिख दी अमृतधारी दी बनी होनी चाहिए। ना को बैरी नहीं बिगाड़ना, सगल संग हमको बने आई। जिमें रब देखद आए अमृतधारी सिख जगत नूं देखण दी निगाह पैदा करे। सो इतने वचन प्रवान करियो। बाणी जी दी विचार, इतिहास जी दी विचार, संत बाबा तेजा सिंह जी की जीवनी की रोशनी पाउंदियां होया अनेकों प्रकार दीयां गलतियां बेअदबियां त्रुटियां रह गई। हाँ जी, अनजान बच्चे समझ के माफ़ करना संगत ते सतगुर सच्चे पातशाह बख्शण जोग हैं। फतेह दा बाजा फतेह विच देना जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। बहुत बहुत धन्यवाद है अति सत्कारयोग डॉक्टर भाई ईश्वर सिंह जी हुणां दा, जो संत बाबा तेजा सिंह जी जिन्हां दा अज आपां दिहाड़ा मना रहे हैं, उन्हां दे जीवन बारे, उन्हां वल्लों कीते कारजां बारे अते